उदों बादल साहब आए जिमी चौं च, उन्होंने भी गल हुई साडे पिंड स्कूल च, उन्होंने भी इहो गल हुई बादल साहब सानूं पुल चाहिदा, आंदे मेरी सरकार बनूगी तो मैं पहल के आधार पर तुहानूं पुल दांगा। साडियां मंगां ही बस रह गईयां, सानूं किसी ने दिता, 10 साल सरकार हंडा के चल गए, हुण आ सरकार आई आ। इस सरकार नूं लोकां बहुत वधिया मान दिता, इंनियां सीटां लै कोई सरकार नहीं पांदी। कैप्टन साहब ने जिहड़े वादे कीते एक भी नहीं पूरा कीता। ਅਸੀਂ ਜਿਹੜਾ ਦਰਿਆ ਤੋਂ ਪਾਰ ਜਿੰਨੀ ਵੀ ਫਸਲ ਹੈ ਸਾਰੀ ਵਿੱਚੋਂ ਦੀ ਕ੍ਰੋਸ ਕਰਦੇ ਆ, ਜਿਹੜੀ ਜਦੋਂ ਜ਼ਿਆਦਾ ਹੁੰਦੀ ਆ ਤੇ ਬੇੜੇ ਦੇ ਵਿੱਚ ਵਾਰੀ ਨਹੀਂ ਆਉਂਦੀ। ਲਗਾਤਾਰ ਜਦੋਂ ਕੰਬਾਈਨਾਂ ਕੱਟੀ ਜਾਂਦੀਆਂ ਨੇ ਤੇ ਫਿਰ ਉਹ ਦਿੱਕਤ ਆਉਂਦੀ ਆ, ਤੇ ਫਿਰ ਕੁਝ ਜਿਹੜੇ ਕਿਸਾਨ ਆ ਉਹਨਾਂ ਨੇ ਰਸਤੇ ਦਰਿਆ ਦੇ ਰਾਹੀਂ ਬਣਾਉਂਦੇ ਆ। ਇੱਕ ਜਗ੍ਹਾ ਦੇ ਉੱਤੇ ਡੰਡੇ ਕੱਢ ਕੇ ਜਿੱਥੇ ਥੋੜਾ ਪਾਣੀ ਹੁੰਦਾ ਉੱਥੋਂ ਰਸਤਾ ਬਣਾ ਕੇ ਫਿਰ ਉੱਥੋਂ ਦੀ ਕ੍ਰੋਸ ਕਰਦੇ ਆ। ਬੇੜੀ ਦੇ ਵਿੱਚ ਚੜ੍ਹ ਕੇ ਚੱਲ ਜਾਣਾ, ਸ਼ਾਮ ਨੂੰ ਅਸੀਂ ਆਉਣਾ ਆ, ਸਾਰਾ ਦਿਨ ਉੱਥੇ ਕੰਮ ਕਰਦੇ ਰਹਿਣਾ। ਬੇੜੀ ਦੇ ਵਿੱਚ ਹੀ ਜਾਣਾ, ਕੋਈ ਉੱਦਾਂ ਨਹੀਂ ਆ ਸਕਦਾ ਜਿਹੜਾ ਵੀ ਵਿੱਚੋਂ ਦੀ ਆਪਾਂ ਕ੍ਰੋਸ ਨਹੀਂ ਕਰ ਸਕਦੇ। ਜੇ ਵਿੱਚੋਂ ਦੀ ਕ੍ਰੋਸ ਕਰਦੇ ਆ ਤੇ ਪਾਣੀ ਬਹੁਤ ਜ਼ਿਆਦਾ ਆ ਤੇ ਆਪਾਂ ਨੂੰ ਜਿਹੜਾ ਜਾਨ ਦਾ ਨੁਕਸਾਨ। ਨੁਕਸਾਨ ਇਹੋ ਵੀ ਮੇਰਾ ਝੋਨਾ ਵੀ ਡੁੱਬ ਗਿਆ ਸੀ ਤੇ ਉਹ ਵੀ ਮੰਨ ਲਓ ਖਰਾਬ ਹੋ ਗਿਆ ਸੀ, ਉੱਤੋਂ ਪਾਣੀ ਚੜ੍ਹ ਗਿਆ, ਨਿਕਲਿਆ ਨਹੀਂ। ਤੇ ਟਰੈਕਟਰ ਦਾ ਵੀ ਨੁਕਸਾਨ ਹੋ ਗਿਆ, ਪਲਟ ਗਿਆ, ਮੈਂ ਵੀ ਥੱਲੇ ਆ ਚੱਲਿਆ ਹਾਂ ਤੇ ਟਰੈਕਟਰ 'ਤੇ ਵੀ ਕਾਫੀ ਪੈਸੇ ਲੱਗ ਗਏ ਆ। ਤੇ ਮੰਨ ਲਓ ਵੀ ਉਹ ਜਿਹੜਾ ਵੇਲਾ ਲੰਘ ਗਿਆ, ਹੱਥ ਨਹੀਂ ਆਇਆ ਸਾਡੇ। ਕੁਛ ਨਹੀਂ ਹੈਗਾ ਜੀ ਇੱਥੇ, ਤੇ ਬੇੜਾ ਸਰਕਾਰੀ ਆਉਂਦਾ ਸੀ, ਉਹ ਵੀ ਹੁਣ ਦਿਨੋਂ ਹਟ ਗਏ ਆ। ਕੋਈ ਬੇੜਾ ਨਹੀਂ, ਕੋਈ ਬੇੜੀ ਨਹੀਂ, ਕੋਈ ਮਲਾਹ ਨਹੀਂ। ਉਹ ਜੇ ਮਲਾਹ ਇੱਕ ਦੋ ਆਉਂਦੇ ਆ ਉਹ ਵੀ ਇਹਨਾਂ ਐਤਵਾਰ ਇਹਨਾਂ ਛੁੱਟੀ ਕੀਤੀ ਆ। ਚਲੋ ਜਿਹੜੇ ਇੱਕ ਦੋ ਆਉਂਦੇ ਆ, ਚਲੋ ਆਉਂਦੇ ਆ 6 ਦਿਨ ਆਉਂਦੇ ਆ ਤੇ ਇੱਕ ਦਿਨ ਛੁੱਟੀ ਕਰਦੇ ਆ। ਉਹ ਪ੍ਰਾਈਵੇਟ ਨੂੰ ਵੀ ਹਿਸਾਬ ਨਾਲ ਵੀ ਕੰਡਮਿਆ ਜਿਹਦੇ ਨੂੰ ਤਾਂ ਪ੍ਰਾਈਵੇਟ ਰੱਖ ਲਈਏ ਤਾਂ ਉਹ ਚੰਗਾ। ਅਸੀਂ ਆਪਣੇ ਸਾਰਿਆਂ ਪੈਸੇ ਥੋੜ੍ਹੇ ਥੋੜ੍ਹੇ ਪਾ ਕੇ ਤੇ ਪ੍ਰਾਈਵੇਟ ਰੱਖਿਆ ਮਲਾਹ। ਤੇ ਮੈਂ ਵੀ ਸਰ ਸੁਬਾਹ ਆ ਜਾਂਦਾ, ਮੈਂ ਰਾਤ ਨੂੰ 8 ਵਜੇ ਜਾਂਦਾ। ਜ਼ਿਮੀਂਦਾਰਾਂ ਦਾ ਬਹੁਤ ਆਵਾਜਾਈ ਆ ਤੇ ਬਹੁਤ ਜ਼ਿਆਦਾ ਫਸਲ ਪਾ ਰਿਹਾ ਤੇ ਜ਼ਿਮੀਂਦਾਰ ਤੇ ਲਗਾਤਾਰ ਤੁਰੇ ਰਹਿੰਦੇ। ਤੁਹਾਨੂੰ ਪਤਾ ਵੀ ਕੋਈ ਆ ਗਿਆ, ਕੋਈ ਚਲੇ ਗਿਆ, ਕੋਈ ਆ ਗਿਆ, ਕੋਈ ਚਲੇ ਗਿਆ। ਅਸੀਂ ਇਹੀ ਮੰਗ ਕਰਦੇ ਹਾਂ ਵੀ ਇਦੋਂ ਪਿੱਛੇ ਬੜੀ ਮੰਗ ਕੀਤੀ ਹੈ ਸਰਕਾਰਾਂ ਕੋਲ। ਜੇ ਐਰਕਾਂ ਸਰਕਾਰ ਨੇ ਪੁਲ ਢੋਲਾਂ ਵਾਲਾ ਦੇ ਦਿੱਤਾ ਤੇ ਦੇ ਦਿੱਤਾ, ਜੇ ਨਾ ਦਿੱਤਾ ਗਿਆ ਤੇ ਫਿਰ ਸਰ ਸਾਡੀ ਉਮਰ ਲੰਘ ਗਈ ਇੱਥੇ ਪੱਤਣਾ ਤੇ ਫਿਰ ਕੋਈ ਨਹੀਂ ਸਰਕਾਰ ਦੇ ਸਕਦੀ। ਸਤਿ ਸ਼੍ਰੀ ਅਕਾਲ, ਪ੍ਰਾਈਮੋ ਦੇ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਜਗਜੀਤ ਸਿੰਘ। ਦਰਸ਼ਕੋ ਅੱਜ ਤੁਹਾਨੂੰ ਲੈ ਕੇ ਆਏ ਸਰਹੱਦੀ ਤਹਿਸੀਲ ਅਜਨਾਲਾ ਦੇ ਰਾਵੀ ਦਰਿਆ ਉੱਤੇ। ਤੁਹਾਨੂੰ ਦੱਸ ਦਈਏ ਕਿ ਇਹ ਉਹ ਰਾਵੀ ਦਰਿਆ ਤੁਹਾਨੂੰ ਸਾਡੇ ਕੈਮਰਾਮੈਨ ਦਿਖਾ ਰਹੇ ਨੇ ਕਿ ਇੱਥੇ ਜਿਹੜੀਆਂ ਇਹਦੋਂ ਪਾਰ ਜਿਹੜੀਆਂ ਨੇ ਲੋਕਾਂ ਦੀਆਂ ਹਜ਼ਾਰੇ ਸੈਂਕੜਾ ਜਿਹੜੀਆਂ ਪੈਲੀਆਂ ਨੇ ਲੋਕਾਂ ਦੀਆਂ ਨੇ, ਫਸਲਾਂ ਨੇ। ਉੱਧਰ ਲੋਕੀ ਹਰ ਜਿਹੜਾ ਵਾ ਸੀਜ਼ਨ ਦੇ ਵਿੱਚ ਜਿਹੜਾ ਕਿ ਡੇਲੀ ਦੇ ਤੌਰ 'ਤੇ ਜਿਹੜਾ ਵਾ ਦਰਿਆ ਪਾਰ ਜਾਂਦੇ ਨੇ ਅਤੇ ਆਪਣੀਆਂ ਫਸਲਾਂ ਨੂੰ ਕੱਟ ਕੇ ਫਸਲਾਂ ਦੀ ਦੇਖਭਾਲ ਕਰਦੇ ਨੇ। ਫਿਰ ਫਸਲਾਂ ਦੀ ਕਟਾਈ ਹੁੰਦੀ ਹੈ ਤੇ ਉਹਨਾਂ ਨੂੰ ਫਸਲਾਂ ਨੂੰ ਕਟਾਈ ਕਰਕੇ ਤੇ ਇਹਨਾਂ ਨੂੰ ਵਾਪਸ ਫਿਰ ਮੰਡੀਆਂ ਲਿਆ ਜਾਂਦਾ ਆ। ਤੇ ਅੱਜ ਸਾਡੇ ਨਾਲ ਕਿਸਾਨ ਸਾਰੇ ਹੈਗੇ ਨੇ, ਉਹਨਾਂ ਨੂੰ ਪੁੱਛਾਂਗੇ ਵੀ ਇਹ ਜਦੋਂ ਫਸਲਾਂ ਲੈ ਕੇ ਆਉਂਦੇ ਨੇ ਤੇ ਲੈ ਕੇ ਜਾਂਦੇ ਨੇ ਕੀ ਮੁਸ਼ਕਲਾਂ ਆਉਂਦੀਆਂ ਨੇ ਅਤੇ ਉਹ ਇਹ ਕਿੱਦਾਂ ਦਾ ਸਫ਼ਰ ਕਰਦੇ ਨੇ ਬੇੜਿਆਂ ਦੇ ਵਿੱਚ, ਕਿਉਂਕਿ ਇੱਥੇ ਪੁਲ ਕੋਈ ਨਹੀਂ ਦਿਖ ਰਿਹਾ। ਤੁਹਾਨੂੰ ਸਾਡੇ ਕੈਮਰਾਮੈਨ ਦਿਖਾ ਰਹੇ ਨੇ ਕਿ ਪੁਲ ਕਿਤੇ ਵੀ ਹੈ ਨਹੀਂਗਾ। ਪਰ ਸਾਡੇ ਨਾਲ ਇੱਥੇ ਪਿੰਡ ਦੇ ਲੋਕ ਜਿਹੜੇ ਨੇ ਕਿਸਾਨ ਹੈਗੇ ਨੇ ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਭਾਜੀ, ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਓਂਕਾਰ ਸਿੰਘ। ਤੇ ਭਾਜੀ ਕੀ ਮਸਲਾ ਜਿੱਥੇ ਪੁਲ ਨਹੀਂ ਹੈਗਾ, ਤੁਸੀਂ ਫਸਲਾਂ ਦਾ ਕਿੱਦਾਂ ਸਫ਼ਰ ਕਰਦੇ ਜੇ ਦਰਿਆਓਂ ਪਾਰ ਦਾ? ਅਸੀਂ ਜਿਹੜਾ ਦਰਿਆ ਤੋਂ ਪਾਰ ਜਿੰਨੀ ਵੀ ਫਸਲ ਹੈ ਸਾਰੀ ਵਿੱਚੋਂ ਦੀ ਕ੍ਰੋਸ ਕਰਦੇ ਆ, ਜਿਹੜੀ ਜਦੋਂ ਜ਼ਿਆਦਾ ਹੁੰਦੀ ਆ ਤੇ ਬੇੜੇ ਦੇ ਵਿੱਚ ਵਾਰੀ ਨਹੀਂ ਆਉਂਦੀ। ਲਗਾਤਾਰ ਜਦੋਂ ਕੰਬਾਈਨਾਂ ਕੱਟੀ ਜਾਂਦੀਆਂ ਨੇ ਤੇ ਫਿਰ ਉਹ ਦਿੱਕਤ ਆਉਂਦੀ ਆ, ਤੇ ਫਿਰ ਕੁਝ ਜਿਹੜੇ ਕਿਸਾਨ ਆ ਉਹਨਾਂ ਨੇ ਰਸਤੇ ਦਰਿਆ ਦੇ ਰਾਹੀਂ ਬਣਾਉਂਦੇ ਆ। ਇੱਕ ਜਗ੍ਹਾ ਦੇ ਉੱਤੇ ਡੰਡੇ ਕੱਢ ਕੇ ਜਿੱਥੇ ਥੋੜਾ ਪਾਣੀ ਹੁੰਦਾ ਉੱਥੋਂ ਰਸਤਾ ਬਣਾ ਕੇ ਫਿਰ ਉੱਥੋਂ ਦੀ ਕ੍ਰੋਸ ਕਰਦੇ ਆ ਤੇ ਕਾਫੀ ਜਿਹੜੀ ਵੀ ਦਿੱਕਤ ਆਉਂਦੀ ਹੈ। ਤੇ ਜੇ ਜੀ ਕਿੰਨੀਆਂ ਕੁ ਫਸਲਾਂ ਨੇ ਟੋਟਲ ਤੁਹਾਡੇ ਇੱਧਰ, ਕਿੰਨੇ ਕਿਸਾਨਾਂ ਦੀਆਂ ਫਸਲਾਂ ਨੇ? ਇੱਧਰ 14,000 ਕਿੱਲਾ ਜ਼ਮੀਨ ਆ, ਜਿਹੜੀ ਹੈਗੀ 7 ਪਿੰਡ ਵੇਚ ਰਾਗ ਨੇ, ਜਿਹਦੇ ਵਿੱਚੋਂ ਜਿਹੜੇ ਹੈਗੇ ਆ ਇੱਕ ਪਿੰਡ ਜਿਹੜਾ ਆ ਵੀ 2 ਪਿੰਡ ਜਿਹੜੇ ਆ 3 ਪਿੰਡ ਜਿਹੜੇ ਆ ਵਸਨੀਕ ਨੇ, ਬਾਕੀ ਸਾਰੇ ਵੇਚ ਰਾਗ ਨੇ। 7 ਪਿੰਡ ਜਿਹੜੇ ਵੇਚ ਰਾਗ ਨੇ।
ਤੇ ਜਿਹੜੇ ਫਿਰ ਇਹ ਤੁਸੀਂ ਕਿੱਦਾਂ ਸਫ਼ਰ ਕਰਦੇ ਹੋ ਬੇੜਿਆਂ ਦੇ? ਬੇੜੇ ਫਿਰ ਸਰਕਾਰੀ ਨੇ ਕਿ ਕਿੱਦਾਂ ਨੇ ਜੀ? ਇਹ ਸਰ ਆ ਸਾਹਮਣੇ ਵੇਖੋ ਰੋਟੀਆਂ ਜਿਹੜੀਆਂ ਹੁਣ ਤੋਂ ਬੰਨ ਲੀਆਂ ਨੇ, ਸ਼ਾਮ ਨੂੰ ਆਉਣਾ, ਸਵੇਰ ਦੇ ਗਿਆ ਨੇ। ਬੇੜੀ ਦੇ ਵਿੱਚ ਚੜ੍ਹ ਕੇ ਚੱਲ ਜਾਣਾ, ਸ਼ਾਮ ਨੂੰ ਅਸੀਂ ਆਉਣਾ ਆ, ਸਾਰਾ ਦਿਨ ਉੱਥੇ ਕੰਮ ਕਰਦੇ ਰਹਿਣਾ। ਬੇੜੀ ਦੇ ਵਿੱਚ ਹੀ ਜਾਣਾ, ਕੋਈ ਉੱਦਾਂ ਨਹੀਂ ਆ ਸਕਦਾ ਜਿਹੜਾ ਵੀ ਵਿੱਚੋਂ ਦੀ ਆਪਾਂ ਕ੍ਰੋਸ ਨਹੀਂ ਕਰ ਸਕਦੇ। ਜੇ ਵਿੱਚੋਂ ਦੀ ਕ੍ਰੋਸ ਕਰਦੇ ਆ ਤੇ ਪਾਣੀ ਬਹੁਤ ਜ਼ਿਆਦਾ ਆ ਤੇ ਆਪਾਂ ਨੂੰ ਜਿਹੜਾ ਜਾਨ ਦਾ ਨੁਕਸਾਨ ਹੈ। ਕੀ ਮੰਗ ਕਰਦੇ ਹੋ ਸਰਕਾਰ ਕੋਲੋਂ? ਸਰਕਾਰ ਕੋਲੋਂ ਮੰਗ ਕਰਦੇ ਆ ਵੀ ਸਾਨੂੰ ਜਿਹੜਾ ਆ ਪੁਲ ਜਿਹੜਾ ਵੀ ਉਹ ਦਿੱਤਾ ਜਾਵੇ। ਪ੍ਰਸ਼ਾਸਨ ਕੋਲੋਂ ਬਹੁਤ ਵਾਰ ਬੇਨਤੀ ਕਰ ਚੁੱਕੇ ਆ ਤੇ ਜਿਹੜੀ ਆ ਵੀ ਹੁਣ ਤੋਂ ਕਾਫੀ ਦੇਰ ਹੋ ਗਈ ਆ। ਸਾਡੇ ਜਿਹੜੇ ਬਜ਼ੁਰਗ ਹਨ ਉਹਨਾਂ ਦੀ ਵੀ ਮੰਗ ਕਰਦੇ ਆ, ਸਾਰੀ ਉਮਰ ਲੰਘ ਗਈ ਆ ਤੇ ਅਸੀਂ ਵੀ ਹੁਣ ਜਿਹੜੇ ਆ ਵੀ ਅੱਧੋਂ ਟੱਪ ਚੁੱਕੇ ਆ। ਸਾਡੇ ਨਾਲ ਇੱਥੇ ਹੋਰ ਵੀ ਕਿਸਾਨ ਹੈਗੇ ਨੇ ਜਿਨ੍ਹਾਂ ਦਾ ਕਿ ਪਿਛਲੀ ਵਾਰੀ ਕਾਫੀ ਨੁਕਸਾਨ ਵੀ ਹੋ ਗਿਆ ਸੀ, ਉਹਨਾਂ ਦਾ ਟਰੈਕਟਰ ਵੀ ਪਲਟ ਗਿਆ ਸੀ। ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਵੀਰ ਜੀ, ਕੀ ਨਾਂ ਹੈ ਤੁਹਾਡਾ? ਹਰਜੀਤ ਸਿੰਘ ਜੀ। ਵੀਰ ਜੀ, ਕੀ ਮਸਲਾ ਆਉਂਦਾ ਤੁਹਾਨੂੰ? ਪਿਛਲੀ ਵਾਰ ਤੁਹਾਡਾ ਕਾਫੀ ਨੁਕਸਾਨ ਹੋ ਗਿਆ ਸੀ, ਕੀ ਨੁਕਸਾਨ ਹੋਇਆ ਸੀ, ਕਿੱਦਾਂ ਹੋਇਆ ਸੀ? ਨੁਕਸਾਨ ਇਹੋ ਵੀ ਮੇਰਾ ਝੋਨਾ ਵੀ ਡੁੱਬ ਗਿਆ ਸੀ ਤੇ ਉਹ ਵੀ ਮੰਨ ਲਓ ਖਰਾਬ ਹੋ ਗਿਆ ਸੀ, ਉੱਤੋਂ ਪਾਣੀ ਚੜ ਗਿਆ, ਨਿਕਲਿਆ ਨਹੀਂ। ਤੇ ਟਰੈਕਟਰ ਦਾ ਵੀ ਨੁਕਸਾਨ ਹੋ ਗਿਆ, ਪਲਟ ਗਿਆ। ਮੈਂ ਵੀ ਥੱਲੇ ਆ ਚੱਲਿਆ ਹਾਂ ਤੇ ਟਰੈਕਟਰ 'ਤੇ ਵੀ ਕਾਫੀ ਪੈਸੇ ਲੱਗ ਗਏ ਆ। ਤੇ ਮੰਨ ਲਓ ਵੀ ਉਹ ਜਿਹੜਾ ਵੇਲਾ ਲੰਘ ਗਿਆ, ਹੱਥ ਨਹੀਂ ਆਇਆ ਸਾਡੇ ਉਦੋਂ ਦਾ ਮੰਨ ਲਓ। ਤੇ ਮੁੜ ਕੇ ਬਾਅਦ 'ਚ ਵੀ ਮੁਸ਼ਕਲਾਂ ਆਉਂਦੀਆਂ ਰਹੀਆਂ, ਪਾਣੀ ਚੜ੍ਹਦੇ ਰਹੇ ਆ। ਕਿਸੇ ਨੂੰ ਮੰਨ ਲਓ ਵੀ ਪਾਣੀ ਦੇ ਵਿੱਚੋਂ ਫਸਲ ਲੰਘਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਗਿਆ। ਮੁੜ ਕੇ ਆਪਾਂ ਪਿੰਡ ਦਿਆਂ ਨੇ ਸੰਯੋਗ ਕਰਕੇ, ਸਾਰਿਆਂ ਨੇ ਇਕੱਠਾ ਕਰਕੇ ਬੇੜਾ ਬਣਾਇਆ। ਉਹ ਵੀ ਬਾਬਿਆਂ ਨੇ ਬਣਾ ਕੇ ਦਿੱਤਾ ਸਾਨੂੰ ਤੇ ਚਲੋ ਅਸੀਂ ਉਹਦੇ 'ਤੇ ਫਸਲ ਢੋਨੇ। ਪਰ ਉੱਤੇ ਬਹੁਤ ਮੁਸ਼ਕਲ ਆਉਂਦੀ ਆ ਜਦੋਂ ਲਾਈਨ ਸਿਰ ਟਰਾਲੀਆਂ ਲੱਗਦੀਆਂ, ਫਿਰ ਵਾਰੋ ਵਾਰੀ ਨਿਗਾਈ ਦਾ ਪਾਰ। ਤੇ ਜਦੋਂ ਕਣਕ ਦਾ ਸੀਜ਼ਨ ਆ ਜਾਂਦਾ, ਫਿਰ ਪਸ਼ੂਆਂ ਦੀ ਜਿਹੜੀ ਤੂੜੀ ਤਾੜੀ ਬਣਾਉਣੀ ਹੁੰਦੀ, ਉਦੋਂ ਬਹੁਤ ਮੁਸ਼ਕਲ ਆ ਜਾਂਦੀ ਕਿਉਂਕਿ ਨਾੜ ਤਾਂ ਸਾਰਾ ਉੱਧਰ ਹੁੰਦਾ ਤੇ ਤੂੜੀਆਂ ਵੀ ਉੱਧਰ ਬੰਨਣੀਆਂ ਪੈਂਦੀਆਂ ਸਾਨੂੰ ਤੇ ਸਾਰੇ ਕੰਮ ਉੱਧਰ ਹੀ ਕਰਨੇ ਪੈਂਦੇ ਆ। ਤੇ ਨਾ ਮੰਨ ਲਓ ਵੀ ਇੱਧਰੋਂ ਟਾਈਮ ਨਾਲ ਲੰਘਿਆ ਜਾਂਦਾ। ਜਦੋਂ ਪਾਣੀ ਜ਼ਿਆਦਾ ਚੜ੍ਹ ਜਾਂਦਾ ਉਦੋਂ ਇੱਧਰ, ਜੇ ਇੱਧਰ ਉੱਧਰ ਬੇੜੀ ਚਲ ਗਈ ਤਾਂ ਇੱਧਰ ਬੈਠੇ ਰਹਿਣਾ, ਜੇ ਇੱਧਰ ਆ ਗਈ ਤਾਂ ਉੱਧਰ ਬੈਠੇ ਰਹਿਣਾ। ਤੇ ਇਸ ਕਰਕੇ ਸਾਡੀ ਜਿਹੜੀ ਮੁਸ਼ਕਲ ਹੈ ਬਹੁਤ ਜ਼ਿਆਦਾ, ਸਾਨੂੰ ਪਾਣੀ ਦੀ ਦਿੱਕਤ ਆਉਂਦੀ। ਸਾਨੂੰ ਕੋਈ ਨਾ ਕੋਈ ਇਹਦਾ ਪੁੱਲ ਦਿੱਤਾ ਜਾਵੇ ਸਾਨੂੰ ਢੋਲਾਂ ਵਾਲਾ। ਤੇ ਜਿੱਦਾਂ ਤੁਸੀਂ ਗੱਲ ਕਰੋ, ਇੱਥੇ ਕੋਈ ਪੁਲ ਨਹੀਂ ਹੈਗਾ ਜੀ? ਜਿੱਦਾਂ ਇੱਕ ਢੋਲਾਂ ਵਾਲਾ ਪੁਲ ਵੀ ਨਹੀਂ ਹੈਗਾ ਇੱਥੇ? ਨਾ, ਇੱਥੇ ਕੁਛ ਨਹੀਂ ਹੈਗਾ ਜੀ। ਇੱਥੇ ਤੇ ਬੇੜਾ ਸਰਕਾਰੀ ਆਉਂਦਾ ਸੀ, ਉਹ ਵੀ ਹੁਣ ਦਿਨੋਂ ਹਟ ਗਏ ਆ। ਕੋਈ ਬੇੜਾ ਨਹੀਂ, ਕੋਈ ਬੇੜੀ ਨਹੀਂ, ਕੋਈ ਮਲਾਹ ਨਹੀਂ। ਉਹ ਜੇ ਮਲਾਹ ਇੱਕ ਦੋ ਆਉਂਦੇ ਆ, ਉਹ ਵੀ ਇਹਨਾਂ ਐਤਵਾਰ ਇਹਨਾਂ ਛੁੱਟੀ ਕੀਤੀ ਆ। ਚਲੋ ਜਿਹੜੇ ਇੱਕ ਦੋ ਆਉਂਦੇ ਆ, ਚਲੋ ਆਉਂਦੇ ਆ, 6 ਦਿਨ ਆਉਂਦੇ ਆ ਤੇ ਇੱਕ ਦਿਨ ਛੁੱਟੀ ਕਰਦੇ ਆ। ਉਹ ਪ੍ਰਾਈਵੇਟ ਨੂੰ ਵੀ ਹਿਸਾਬ ਨਾਲ ਵੀ ਕੰਡਮਿਆ ਜਾਂ ਇਹਦੇ ਨੂੰ ਤਾਂ ਪ੍ਰਾਈਵੇਟ ਰੱਖ ਲਈਏ ਤਾਂ ਉਹ ਚੰਗਾ। ਅਸੀਂ ਆਪਣੇ ਸਾਰਿਆਂ ਪੈਸੇ ਥੋੜ੍ਹੇ ਥੋੜ੍ਹੇ ਪਾ ਕੇ ਤੇ ਪ੍ਰਾਈਵੇਟ ਰੱਖਿਆ ਮਲਾਹ। ਸਾਡੇ ਨਾਲ ਇੱਥੇ ਪ੍ਰਾਈਵੇਟ ਮਲਾਹ ਵੀ ਹੈਗੇ ਨੇ ਜਿਹੜੇ ਕਿ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਹੈ ਇਸ ਲੋਕਾਂ ਨੂੰ ਦਰਿਆਓਂ ਪਾਰ ਕਰਾ ਰਹੇ ਨੇ ਤੇ ਦਰਿਆਓਂ ਇੱਧਰ ਲੈ ਕੇ ਆ ਰਹੇ ਨੇ। ਉਹਨਾਂ ਨੂੰ ਪੁੱਛਦੇ ਕੀ ਮੁਸ਼ਕਲਾਂ ਆਉਂਦੀਆਂ ਨੇ। ਹਾਂਜੀ ਭਾਜੀ, ਕੀ ਨਾਂ ਤੁਹਾਡਾ ਜੀ? ਸਰ ਜੀ, ਮੇਰਾ ਨਾਮ ਹੰਸਾ ਸਿੰਘ ਆ। ਪਿੰਡ ਮੈਂ ਕੋਟਜਾਦਾ ਦੇ ਪੱਤਨ 'ਤੇ ਰਹਿ ਰਿਹਾ। ਬਹੁਤ ਮੁਸ਼ਕਲਾਂ ਆਉਂਦੀਆਂ ਨੇ। ਜਿਹੜਾ ਕੋਈ ਜ਼ਿਮੀਂਦਾਰ ਪਾਰ ਹੈ ਉਹ ਪਾਰ ਭੁੱਖਾ ਭਾਣਾ ਬੈਠਾ ਰਹਿੰਦਾ, ਜੋ ਜਿਹੜਾ ਇੱਧਰ ਹੈ ਉਹ ਇੱਧਰ ਬੈਠਾ ਰਹਿੰਦਾ। ਤੇ ਇੰਨੀਆਂ ਕੁ ਮੁਸ਼ਕਲਾਂ ਜ਼ਿਆਦੀਆਂ ਆ ਰਹੀਆਂ ਜ਼ਿਮੀਂਦਾਰਾਂ ਨੂੰ ਵੀ ਕੋਈ ਕਿਹਾ ਹੀ ਨਹੀਂ ਜਾ ਸਕਦਾ। ਇੱਥੇ ਤੇ 10 ਬੰਦੇ ਵੀ ਹੋਣ ਤੇ ਤਾਂ ਵੀ ਨਹੀਂ ਉਹਨਾਂ ਨੂੰ ਆਰ ਪਾਰ ਕਰ ਸਕਦੇ। ਤੇ ਮੈਂ ਵੀ ਸਰ ਸੁਬਾਹ ਆ ਜਾਂਦਾ, ਮੈਂ ਰਾਤ ਨੂੰ 8 ਵਜੇ ਜਾਂਦਾ। ਜ਼ਿਮੀਂਦਾਰਾਂ ਦਾ ਬਹੁਤ ਆਵਾਜਾਈ ਆ ਤੇ ਬਹੁਤ ਜ਼ਿਆਦਾ ਫਸਲ ਪਾ ਰਿਹਾ। ਤੇ ਜ਼ਿਮੀਂਦਾਰ ਤੇ ਲਗਾਤਾਰ ਤੁਰੇ ਰਹਿੰਦੇ। ਤੁਹਾਨੂੰ ਪਤਾ ਵੀ ਕੋਈ ਆ ਗਿਆ, ਕੋਈ ਚਲੇ ਗਿਆ, ਕੋਈ ਆ ਗਿਆ, ਕੋਈ ਚਲੇ ਗਿਆ। ਅਸੀਂ ਇਹੀ ਮੰਗ ਕਰਦੇ ਹਾਂ ਵੀ ਇੱਦੋਂ ਪਿੱਛੇ ਬੜੀ ਮੰਗ ਕੀਤੀ ਹੈ ਸਰਕਾਰਾਂ ਕੋਲ। ਜੇ ਐਰਕਾਂ ਸਰਕਾਰ ਨੇ ਪੁਲ ਢੋਲਾਂ ਵਾਲਾ ਦੇ ਦਿੱਤਾ ਤੇ ਦੇ ਦਿੱਤਾ, ਜੇ ਨਾ ਦਿੱਤਾ ਗਿਆ ਤੇ ਫਿਰ ਸਰ ਸਾਡੀ ਉਮਰ ਲੰਘ ਗਈ ਇੱਥੇ ਪੱਤਣਾ ਤੇ ਫਿਰ ਕੋਈ ਨਹੀਂ ਸਰਕਾਰ ਦੇ ਸਕਦੀ। ਤੁਸੀਂ ਇੱਥੇ ਕਰ ਰਹੇ ਹੋ, ਤੁਸੀਂ ਪ੍ਰਾਈਵੇਟ ਕਰ ਰਹੇ ਹੋ ਕਿ ਸਰਕਾਰੀ ਜੋਬ ਕਰ ਰਹੇ ਮੈਨੂੰ ਹੋ? ਸਰ ਪ੍ਰਾਈਵੇਟ, ਮੈਨੂੰ ਇਹਨਾਂ ਪਿੰਡ ਵਾਲਿਆਂ ਨੇ ਰੱਖਿਆ। ਥੋੜ੍ਹੇ ਪੈਸੇ ਕਰ ਲੈਂਦੇ ਇਕੱਠੇ ਮਹੀਨੇ ਦੇ ਤੇ ਮੈਨੂੰ ਮਹੀਨੇ ਦੇ ਪੈਸੇ ਦੇ ਦਿੰਦੇ। ਜਦੋਂ ਮਹੀਨਾ ਹੋ ਜਾਂਦਾ ਫਿਰ ਵਿਚਾਰੇ ਇਕੱਠੇ ਕਰਦੇ ਆ, ਫਿਰ ਥੋੜ੍ਹੇ ਦੇ ਦਿੰਦੇ ਆ। ਜਿਨ੍ਹਾਂ ਦੀਆਂ ਪਾਰ ਤੂੜੀਆਂ, ਉਹਨਾਂ ਦੇ ਡੰਗਰ ਸਾਰੇ ਇੱਧਰ ਭੁੱਖੇ ਮਰ ਜਾਂਦੇ। ਪਿਛਲੇ ਸਾਲ ਵੀ ਤੂੜੀ ਬਣੀ ਨਹੀਂ, ਪਾਣੀ ਜ਼ਿਆਦਾ ਆ ਗਿਆ। ਇੱਧਰ ਮੁੱਲ ਹੁਣ ਕੀ ਲੈਣ, ਕਿਹੜੀ ਚੀਜ਼ ਮੁੱਲ ਲਈ ਜਾਂਦੀ? ਮੁੱਲ ਤੇ ਲਈ ਨਹੀਂ ਜਾਂਦੀ। ਮਹਾਂ ਆਪ ਆਪਣੇ ਘਰ ਹੀ ਪਲਦੇ ਆ। ਨਹੀਂ, ਜੇ ਤੁਸੀਂ ਮਲਾਹ ਉਹਦੇ ਤੁਹਾਡੀ ਸੇਫਟੀ ਦੀ ਗੱਲ ਕੀਤੀ ਜਾਵੇ ਤੇ ਤੁਹਾਡੇ ਕੋਲ ਸਰਕਾਰ ਵੱਲੋਂ ਦਿੱਤੇ ਗਏ ਸਮਾਨ ਹੈਗੇ ਸੇਫਟੀ ਦੇ ਸਾਰੇ? ਸਾਡੇ ਕੋਲ ਕੁਛ ਨਹੀਂ ਦਿੱਤਾ ਗਿਆ ਅਜੇ ਤੱਕ। ਮੈਂ ਗੋਤਾਖੋਰੀ ਦਾ ਕੋਰਸ ਵੀ ਕੀਤਾ, ਮੈਂ ਪਾਸ ਹੋਇਆ। ਮੈਨੂੰ ਅਜੇ ਤੱਕ ਕੁਛ ਨਹੀਂ ਦਿੱਤਾ ਸਰਕਾਰ ਨੇ, ਕਿਸੇ ਵੀ ਸਰਕਾਰ ਨੇ ਕੁਛ ਨਹੀਂ ਦਿੱਤਾ। ਨਹੀਂ, ਮੰਨ ਲਓ ਜੇ ਇੱਥੇ ਕੋਈ ਦੁਬਿਧਾ ਬਣ ਜਾਂਦੀ ਆ, ਕੋਈ ਜ਼ਿਆਦਾ ਪਾਣੀ ਆਉਣ ਕਾਰਨ, ਤੇ ਫਿਰ ਤੁਹਾਡੇ ਕੋਲ ਕੀ ਸਾਧਨ ਹੈਗੇ ਬਚਾਉਣ ਵਾਸਤੇ ਕਿਸੇ ਨੂੰ? ਸਰ ਮੇਰੇ ਕੋਲ ਤਾਂ ਕੁਛ ਨਹੀਂ ਹੈਗਾ। ਜਾਂ ਤਾਂ ਫਿਰ ਮੈਂ ਆਪ ਪਾਊਂਗਾ ਜਾਂ ਮੈਂ ਬੇੜੀ ਪਾਊਂਗਾ ਉਹਨੂੰ ਬਚਾਉਣ ਵਾਸਤੇ। ਜੇ ਮੈਂ ਟਾਈਮ ਸਿਰ ਉਹਦੇ ਕੋਲ ਪਹੁੰਚ ਗਿਆ ਤਾਂ ਮੈਂ ਉਹਨੂੰ ਬਚਾ ਲੂੰਗਾ, ਤੇ ਜੇ ਮੇਰੇ ਤੋਂ ਦੂਰ ਹੋਇਆ ਤਾਂ ਮੈਂ ਨਹੀਂ ਬਚਾ ਸਕਦਾ। ਜੇ ਮੇਰੇ ਕੋਲ ਕੋਈ ਜੈਕਟ ਹੋਵੇ, ਮੈਂ ਪਾਈ ਹੋਵੇ, ਮੈਂ ਫੌਰਨ ਛਾਲ ਮਾਰੂੰਗਾ, ਮੈਂ ਉਹਨੂੰ ਪਕੜ ਲੂੰਗਾ। ਮੈਂ ਫਿਰ ਉਹਦੀ ਜਾਨ ਤੇ ਬਚਾ ਸਕਦਾ, ਹੋਰ ਤੇ ਕੁਛ ਮੈਂ ਕਹਿ ਨਹੀਂ ਸਕਦਾ ਜੀ। ਕੀ ਮੰਗ ਕਰਦੇ ਹੋ ਸਰਕਾਰ ਮੈਂ ਕੋਲ? ਸਰਕਾਰ ਕੋਲ ਮੰਗ ਕਰਦਾ ਮੈਨੂੰ ਕੋਈ ਜੈਕਟਾਂ ਦਿੱਤੀਆਂ ਜਾਣ ਇੱਥੇ, ਕੋਈ ਮੈਨੂੰ ਕਿਸੇ ਦੇ ਬਚਾਉਣ ਵਾਸਤੇ ਜਾਨ ਮੈਨੂੰ ਕੋਈ ਦਿੱਤਾ ਜਾਵੇ ਇੱਥੇ ਜੀ। ਹਾਂਜੀ, ਜਾਂ ਬੇੜੀ ਇੱਕ ਹੋਵੇ, ਹੋਰ ਬੇੜੀ ਦਿੱਤੀ ਜਾਵੇ, ਜਾਂ ਜਿਸ ਤਰ੍ਹਾਂ ਬੇੜਾ ਸਰਕਾਰੀ ਆ। ਪਹਿਲੀ ਗੱਲ ਤੇ ਅਸੀਂ ਕੋਈ ਬੇੜਾ ਮੰਗਦੇ ਨਹੀਂ, ਸਾਨੂੰ ਪੁੱਲ ਦੀ ਮੰਗ ਹੈ ਜੀ। ਪੁੱਲ ਦਿੱਤਾ ਜਾਣਾ ਚਾਹੀਦਾ ਜੀ। ਸਾਡੇ ਕੋਲ ਇੱਥੇ ਹੋਰ ਵੀ ਕਿਸਾਨ ਹੈਗੇ ਨੇ, ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਵੀਰ ਜੀ, ਤੁਹਾਡੀ ਕਿੰਨੀ ਫਸਲ ਆ ਬਾਹਰ ਉੱਧਰ ਦਰਿਆਓਂ ਪਾਰ, ਤੇ ਕਿੱਦਾਂ ਮੁਸ਼ਕਲਾਂ ਆਉਂਦੀਆਂ ਤੁਹਾਨੂੰ? ਮੁਸ਼ਕਲਾਂ ਜੀ, ਜ਼ਮੀਨ ਮੇਰੇ ਕੋਲ ਹੈਗੀ 20-25 ਕਿੱਲੇ ਜਿਹਦੀ ਮੈਂ ਵਾਹੀ ਕਰਦਾ।
ਮੁਸ਼ਕਲਾਂ ਹਰ ਸਾਲ ਹੀ ਮੁਸ਼ਕਲਾਂ ਆਉਂਦੀਆਂ। ਜਦੋਂ ਤਾਂ ਅਸੀਂ ਹੋਸ਼ ਸੰਭਾਲੀਏ ਵਾਹੀ ਕਰਨ ਦੇ ਹਰ ਸਾਲ ਹੀ ਮੁਸ਼ਕਲਾਂ ਆਉਂਦੀਆਂ। ਕਦੀ ਜੇ ਝੋਨਾ ਲੰਘਾਉਂਦੇ ਰਹੇ ਉਦੋਂ ਵੀ ਟਰੈਕਟਰ ਡੁੱਬ ਜਾਂਦੇ, ਕਣਕ ਲੰਘਾਉਂਦੇ ਉਦੋਂ ਵੀ ਟਰੈਕਟਰ ਤਰਕੇ ਹੀ ਟਰੈਕਟਰ ਲੰਘਦੇ। ਤਿੰਨ ਟਰੈਕਟਰ ਪਾ ਕੇ ਇੱਕ ਟਰਾਲੀ 40-50 ਕੁਇੰਟਲ ਕਣਕ ਜਿਹੜੀ ਅਸੀਂ ਕੱਢਦੇ ਆ, ਉਹ 'ਚ ਸਾਡੇ ਟਰੈਕਟਰ ਟਰਾਲੀ ਦਾ ਪਤਾ ਹੀ ਨਹੀਂ, ਆਸ ਹੀ ਨਹੀਂ ਬਾਹਰ ਨਿਕਲਣਗੇ, ਡੁੱਬ ਕੇ ਨਿਕਲਣਾ ਵਿੱਚੋਂ। ਲੋਕੀ ਇੱਥੇ ਦੂਰ ਤੋਂ ਦੁਨੀਆ ਵੇਖਣ ਆਉਂਦੀ ਹਨ, ਕਿੱਦਾਂ ਵਾਹੀ ਕਰਦੇ ਤੂੰ, ਤੁਹਾਡੀ ਇਹ ਕੋਈ ਵਾਹੀ ਹੈ? ਤੁਹਾਨੂੰ ਕੋਈ ਸਰਕਾਰ ਕੋਈ ਸਹੂਲਤ ਨਹੀਂ ਦਿੰਦੀ? ਅਸੀਂ ਕਿਹਾ ਸਾਡੇ ਵਾਸਤੇ ਸਰਕਾਰਾਂ ਸਾਨੂੰ ਕੋਈ ਹਾਲੇ ਤੱਕ ਕੋਈ ਸਹੂਲਤ ਮਿਲੀ ਨਹੀਂ। ਜਿਹੜਾ ਬੇੜਾ ਵੀ ਮਿਲਦਾ ਉਹ ਵੀ ਸਾਡਾ ਬੰਦ ਹੋ ਗਿਆ। ਆਹ ਬਾਬਿਆਂ ਨੇ, ਬਾਬੇ ਟਾਲ ਵਾਲੇ ਬਾਬਿਆਂ ਨੇ ਸਾਨੂੰ ਆਹ ਬੇੜਾ ਦਿੱਤਾ। ਉਹਨਾਂ ਵੀ ਆਣ ਕੇ ਉਹਨਾਂ ਵੇਖਿਆ, ਜਦੋਂ ਇੱਥੇ ਮੁਸ਼ਕਲਾਂ ਵੇਖੀਆਂ ਸਾਡੀਆਂ। ਸਾਡੇ ਪਿੰਡ ਦਾ ਹੀ ਸੇਵਾਦਾਰ ਸੀ ਚਰਨਜੀਤ ਸਿੰਘ, ਉਹ ਜਦੋਂ ਉਹਨਾਂ ਕੋਲ ਜਾਂਦਾ ਉਹਨੇ 7-8 ਮਹੀਨੇ ਉਹਨਾਂ ਨਾਲ ਸੇਵਾ ਕੀਤੀ। ਉਹਨੇ ਹੀ ਫਿਰ ਉਹਨਾਂ ਨੂੰ ਬਾਬਿਆਂ ਨੂੰ ਆਖਿਆ ਵੀ ਆਪਣੇ ਪਿੰਡ ਬੇੜਾ ਵੀ ਹੈ ਨਹੀਂ ਹੁੰਦੇ ਤੇ ਆਪਾਂ ਨੂੰ ਬੇੜਾ ਚਾਹੀਦਾ। ਫਿਰ ਬਾਬਿਆਂ ਨੇ ਆਖਿਆ ਕੋਈ ਗੱਲ ਨਹੀਂ, ਆਪਾਂ ਪਿੰਡ ਚੱਲਦੇ ਹਾਂ। ਪਿੰਡ ਵਾਲਿਆਂ ਨੂੰ ਸਹੂਲਤ ਬਾਬਿਆਂ ਨੇ ਦਿੱਤੀ ਹੈ, ਬਾਬਿਆਂ ਦਾ ਧੰਨਵਾਦ ਕਰਦੇ ਹਾਂ। ਚਲੋ ਅਸੀਂ ਸੇਵਾ ਵੀ ਦਿੰਦੇ ਹਾਂ ਆਪਣੇ ਤੌਰ 'ਤੇ। ਫਿਰ ਅਸੀਂ ਇੱਥੇ ਜੇ ਮਲਾਹ ਰੱਖਦੇ ਹਾਂ, ਮਲਾਹ ਨੂੰ ਵੀ ਅਸੀਂ ਤਨਖਾਹ ਇਕੱਠੀ ਕਰਕੇ ਜੇ 500 ਆਇਆ 700 ਜਿੰਨੇ ਜ਼ਿਮੀਂਦਾਰ ਲੰਘਦੇ ਹਰ ਇੱਕ ਪਤਨਾ ਦੇ ਇਸ ਤਰ੍ਹਾਂ ਹੀ ਹੁੰਦਾ ਵੀ ਅਸੀਂ ਆਪਣੇ ਮਲਾਹ ਰੱਖਦੇ। ਸਰਕਾਰੀ ਮਲਾਹ ਜਿਹੜੇ ਰੱਖੇ 9 ਵਜੇ ਆਉਣਾ, ਉਹਨਾਂ 5 ਵਜੇ ਚੱਲ ਜਾਂਦੇ ਆ। ਨਾ ਕੋਈ ਇੱਥੇ ਸਰਕਾਰੀ ਬੇੜੀ ਨਾ ਬੇੜਾ। ਬੇੜਾ ਵੀ ਬੰਦ ਹੋ ਗਿਆ। ਹਾਂ ਨਹੀਂ ਤਾਂ ਪੁਲ ਦੀਆਂ ਆਸਾਂ ਲਾਉਂਦੇ, ਸਾਡੀ ਬੇੜਾ ਵੀ ਖੋਲਿਆ, ਸਾਨੂੰ ਉਹ ਵੀ ਨਹੀਂ ਮਿਲਦਾ ਵੀ ਜਾਂ ਸਾਨੂੰ MLA ਸਾਹਿਬ ਕੋਈ ਬੇੜੀ ਜਾਂ ਬੇੜਾ ਦੇ ਦੇਣ। ਕਿਸੇ ਨੂੰ ਸਾਡਾ ਦੁੱਖ ਤੇ ਸੁਣਨਾ ਚਾਹੀਦਾ ਨਾ। ਅਸੀਂ ਬੜੀ ਵਾਰ ਖਬਰਾਂ ਲਾ ਕੇ ਵੇਖ ਲਈਆਂ, ਸਾਡੇ ਤੇ ਬੱਚੇ ਵੀ ਹੁਣ ਹੈਰਾਨ ਰਹਿੰਦੇ। ਉਹ ਆਂਦੇ ਤੁਹਾਡੀਆਂ ਉਮਰਾਂ ਲੰਘ ਗਈਆਂ, ਪਹਿਲਾਂ ਸਾਡੇ ਵੱਡਿਆਂ ਦੀ ਲੰਘ ਗਈਆਂ, ਸਾਡੀਆਂ ਵੀ ਹੁਣ ਮੇਰੀ 40-45 ਸਾਲ ਉਮਰ ਹੋ ਗਈ ਹੈ, ਹਾਲੇ ਤੱਕ ਸਾਨੂੰ ਕੋਈ ਨਹੀਂ ਇਹ ਬੇੜੇ ਦਾ। ਜਿਹੜੀ ਵੀ ਸਰਕਾਰ ਆਉਂਦੀ ਹਰ ਇੱਕ ਸਰਕਾਰ ਕੋਲ ਮੰਗ ਕਰਦੇ ਆ। ਇੱਥੇ ਜੇ MP ਸਾਹਿਬ ਆਉਂਦੇ ਉਹਨਾਂ ਨੂੰ ਵੀ ਅਸੀਂ ਆਨੇ, MLA ਸਾਹਿਬ ਆਉਂਦੇ ਉਹਨਾਂ ਨੂੰ ਆਨੇ, ਮੁੱਖ ਮੰਤਰੀ ਸਾਹਿਬ ਵੀ ਆਉਂਦੇ ਉਹਨਾਂ ਨੂੰ। ਉਦੋਂ ਬਾਦਲ ਸਾਹਿਬ ਆਏ ਜਿਮਨੀ ਚੋਣ 'ਚ, ਉਹਨਾਂ ਨਾਲ ਵੀ ਗੱਲ ਹੋਈ ਸਾਡੇ ਪਿੰਡ ਸਕੂਲ 'ਚ, ਉਹਨਾਂ ਨਾਲ ਵੀ ਇਹੋ ਗੱਲ ਹੋਈ, ਬਾਦਲ ਸਾਹਿਬ ਸਾਨੂੰ ਪੁਲ ਚਾਹੀਦਾ। ਆਂਦੇ ਮੇਰੀ ਸਰਕਾਰ ਬਣੂਗੀ ਤੇ ਮੈਂ ਪਹਿਲ ਦੇ ਆਧਾਰ 'ਤੇ ਤੁਹਾਨੂੰ ਪੁੱਲ ਦਾਂਗਾ। ਸਾਡੀਆਂ ਮੰਗਾਂ ਹੀ ਬਸ ਰਹਿ ਗਈਆਂ, ਸਾਨੂੰ ਕਿਸੇ ਨੇ ਦਿੱਤਾ। 10 ਸਾਲ ਸਰਕਾਰ ਹੰਢਾ ਕੇ ਚੱਲ ਗਏ, ਹੁਣ ਆਹ ਸਰਕਾਰ ਆਈ ਆ। ਇਹ ਸਰਕਾਰ ਨੂੰ ਲੋਕਾਂ ਬਹੁਤ ਵਧੀਆ ਮਾਣ ਦਿੱਤਾ। ਇੰਨੀਆਂ ਸੀਟਾਂ ਲੈ ਕੋਈ ਸਰਕਾਰ ਨਹੀਂ ਬਣਦੀ। ਕੈਪਟਨ ਸਾਹਿਬ ਨੇ ਜਿਹੜੇ ਵਾਅਦੇ ਕੀਤੇ ਇੱਕ ਵੀ ਨਹੀਂ ਪੂਰਾ ਕੀਤਾ। ਸਾਨੂੰ ਇਹ ਮਾਣ ਸੀ ਵੀ ਫੌਜੀ ਆ ਕਰੂਗਾ, ਪਰ ਨਹੀਂ, ਮਾਣ ਤੋੜਤਾ ਲੋਕਾਂ ਦਾ। ਇੱਕ ਦੁਨੀਆ ਦੀ ਬਾਂਹ ਫੜਨ ਵਾਲਾ ਕੋਈ ਬੰਦਾ ਹੋਣਾ ਚਾਹੀਦਾ। ਲੋਕੀ ਕਾਹਤੇ ਜਿੰਦੇ ਆ? ਇੱਕ ਇਨਸਾਨੀਅਤ ਹੋਣੀ ਚਾਹੀਦੀ। ਇਨਸਾਨੀਅਤ ਜਦੋਂ ਬੰਦੇ 'ਚੋਂ ਖਤਮ ਹੋ ਜਾਂਦੀ ਆ, ਬੰਦਾ ਫਿਰ ਟਾਊਨ ਜਾਂਦਾ, ਫਿਰ ਬੰਦੇ ਦਾ ਆਸ ਟੁੱਟ ਜਾਂਦੀ ਆ। ਹੁਣ ਸਾਡੇ ਵੀ ਸਾਰੇ ਲੋਕ ਆ, ਜੇ ਸਾਡੇ ਪਾਰ ਦੇ ਲੋਕ ਸਾਰੇ ਚੰਗੇ ਹੋਣ, ਜਿੰਨੇ ਜ਼ਿਮੀਂਦਾਰ 14-15 ਪਿੰਡਾਂ ਦੀ ਜ਼ਮੀਨ ਆ, 14-15 ਹਜ਼ਾਰ ਕਿੱਲਾ ਜ਼ਮੀਨ ਆ, ਜੇ ਅਸੀਂ ਸਾਰੀ ਸਾਡੀ ਏਕਤਾ ਹੋਵੇ, ਇਕੱਠ ਹੋਵੇ, ਅਸੀਂ ਇੱਥੇ ਬੰਨ੍ਹ ਕੇ ਖਿਲਾਰੀਏ। ਜਿਹੜਾ MLA ਆਵੇ ਉਹ ਸੱਜਣਾ ਵੋਟਾਂ ਤਾਂ ਪਾਉਣੀਆਂ ਜੇ ਸਾਨੂੰ ਪੁੱਲ ਦਿਓ ਪਹਿਲਾਂ। ਕਿਉਂ ਸਾਡੇ ਗਾਂ ਬੱਚੇ ਵੀ ਸਾਡੇ ਜਿਹੜੇ ਆ, ਬੱਚੇ ਆਂਦੇ ਤੁਸੀਂ ਵੋਟਾਂ ਪਾ ਕੇ ਆਪਣੀਆਂ ਉਮਰਾਂ ਨਿਕਾਲੀਆਂ, ਤੁਹਾਡੇ ਵੱਡਿਆਂ ਨਿਕਾਲੀਆਂ, ਕੀ ਲਿਆ ਜੇ ਇਹਨਾਂ ਕੋਲ? ਸਾਨੂੰ ਨੁਕਸਾਨ ਦੀ ਗੱਲ ਕਰੀਏ ਤੇ ਹਰ ਸਾਲ ਕਿੰਨਾ ਕੁ ਨੁਕਸਾਨ ਹੋ ਜਾਂਦਾ ਇੱਥੇ ਲੋਕਾਂ ਦਾ? ਹਰ ਸਾਲ ਬੜਾ ਨੁਕਸਾਨ ਹੁੰਦਾ ਜੀ। ਇਹ ਹਰਜੀਤ ਸਿੰਘ ਦਾ 40-50 ਹਜ਼ਾਰ ਦਾ ਤੇ ਟਰੈਕਟਰ ਤੇ ਲੱਗਾ, ਫਸਲ ਰੁੜ ਗਈ। ਆਪ ਟਰੈਕਟਰ ਥੱਲੇ ਆਣ ਕੇ ਮਰ ਚਲਿਆ। ਜੇ ਆਪ ਮਰ ਜਾਂਦਾ ਤੇ ਬੱਚੇ ਰੁੜ ਕੇ, ਆ ਮੁੰਡਾ ਇਹਦਾ ਖਲੋਤਾ, ਕੀ ਉਮਰ ਇਹਦੀ, ਇਹਨੂੰ ਪਿਓ ਮਿਲ ਜਾਣਾ ਸੀ? ਕੋਈ ਜ਼ਿਮੀਂਦਾਰਾ ਇਹ ਕਰਨਾ ਥੋੜਾ ਆ। ਸਾਡੇ ਵਾਸਤੇ ਤਾਂ ਅਸੀਂ ਇਥੋਂ ਪਾਰ ਚੱਲ ਗਏ ਆ, ਪਤਾ ਹੀ ਨਹੀਂ ਪਾਰੋਂ ਮੁੜਨਾ ਕਿ ਨਹੀਂ ਵਾਪਸ ਮੁੜਨਾ। ਦਰਿਆ ਭਰ ਜੇ, ਬੇੜੀ ਡੁੱਬ ਜੇ, ਮਰ ਜੀਏ, ਅਸੀਂ ਉੱਧਰ ਰਹਿ ਗਏ, ਸਾਡੇ ਨਿਆਣੇ ਇੱਧਰ ਰਹਿ ਗਏ। ਕੀ ਮੰਗ ਕਰਦੇ ਹੋ ਸਰਕਾਰ ਕੋਲੋਂ? ਅਸੀਂ ਇਹੋ ਮੰਗ ਕਰਦੇ, ਸਾਨੂੰ ਪੁੱਲ ਦੇਣਾ ਚਾਹੀਦਾ। ਸਾਡੀ ਕੋਈ ਦੁੱਖ ਤੇ ਸੁਣੇ ਸਾਡਾ ਆਣ ਕੇ। ਸਾਨੂੰ ਦੁੱਖ ਹੁੰਦਾ, ਅਸੀਂ ਵੋਟਾਂ ਪਾਉਂਦੇ, ਵੋਟਾਂ ਕਾਹਦੇ ਵਾਸਤੇ ਪਾਉਂਦੇ ਆ? ਇੱਕ ਵੋਟਾਂ ਤੋਂ ਅਸੀਂ ਇਹੋ ਮੰਗਦੇ, ਸਾਨੂੰ ਪੁੱਲ ਚਾਹੀਦਾ। ਅੱਜ ਦੇ ਨਹੀਂ ਮੰਗਦੇ, ਜਦੋਂ ਤੇ ਅਸੀਂ ਹੋਸ਼ ਸੰਭਾਲੀ ਅਸੀਂ ਮੰਗਦੇ ਆ, ਸਾਡੇ ਵੱਡੇ ਮੰਗਦੇ, ਦਾਦੇ ਪੜਦਾਦਿਆਂ ਤੋਂ ਇਹੋ ਕੰਮ ਚੱਲਦਾ ਆਉਣ ਡਿਆ ਵੀ ਸਾਨੂੰ ਪੁੱਲ ਚਾਹੀਦਾ ਜੀ, ਪੁੱਲ ਦਿਓ। ਅਸੀਂ ਹਰ ਕੋਈ ਵੀ ਲੀਡਰ ਆਉਂਦਾ ਹਜ਼ਾਰ ਕੇ ਬੇਨਤੀ ਕਰਦੇ ਹਾਂ। ਔਜਲਾ ਸਾਹਿਬ ਤੇ ਸਾਨੂੰ ਮਾਣ ਹੀ ਹੁਣ ਇਹਨਾਂ ਢੋਲਾਂ ਵਾਲੇ ਪੁੱਲ ਦੀ ਸਾਨੂੰ ਮੰਗ ਜਦੋਂ ਕੀਤੀ, ਅਸੀਂ ਸਾਨੂੰ ਇਹਨਾਂ ਕਿਹਾ ਆ, ਇਹਨਾਂ ਆਖਿਆ ਵੀ ਤੁਹਾਨੂੰ ਪੁੱਲ ਦਿੱਤਾ ਜਾਊਗਾ, ਤੁਹਾਡੇ ਪਿੰਡ ਪੁੱਲ ਆਊਗਾ। ਸਾਨੂੰ ਅਸੀਂ ਵੇਖਾਂਗੇ ਹੁਣ ਔਜਲਾ ਸਾਹਿਬ ਸਾਡੀ ਆਸ ਪੂਰੀ ਕਰਦੇ ਆ ਕਿ ਨਹੀਂ। MP ਸਾਹਿਬ ਤੇ ਸਾਨੂੰ ਇਹ ਮਾਣ ਆ ਵੀ MP ਸਾਡਾ ਬਹੁਤ ਵਧੀਆ। ਜੇ ਸਾਡਾ ਮਾਣ ਰੱਖੂਗਾ ਅਸੀਂ ਵੀ ਮਾਣ ਰੱਖਾਂਗੇ। ਜੇ ਸਾਡੀ ਆਸਮਤ ਪੂਰੀ ਹੋਵੇ, ਆਸਾਂ ਤੇ ਉਹ ਆਂਦੇ ਜੀਵੇ ਆਸਾਂ ਮਰੇਂਦਰ ਆਸਾ, ਸਾਨੂੰ ਆਸ ਆ ਵੀ MP ਸਾਹਿਬ ਨੂੰ ਇਹ ਗੱਲ ਧਿਆਨ 'ਚ ਲਿਆਉਣੀ ਚਾਹੀਦੀ ਹੈ ਵੀ ਮੈਂ ਪੁੱਲ ਦੇਣਾ ਇਹ ਪਿੰਡ। ਧੰਨਵਾਦ ਜੀ। ਤੁਸੀਂ ਵੇਖ ਰਹੇ ਹੋ ਕਿ ਜਿੱਥੇ ਕਿਸਾਨ ਬਹੁਤ ਪਰੇਸ਼ਾਨ ਨੇ, ਕਿਉਂਕਿ ਕਿਸਾਨਾਂ ਦੀ ਬਹੁਤ ਵੱਡੀ ਪ੍ਰੋਬਲਮ ਹੈ ਕਿ ਦਰਿਆਓਂ ਪਾਰ ਜਾਣ ਵਾਸਤੇ ਪੁਲ ਕੋਈ ਨਹੀਂ ਹੈਗਾ। ਪੁਲ ਦੀ ਮੰਗ ਕਰਦੇ ਆ ਰਹੇ ਨੇ ਪਿਛੇ ਲੰਬੇ ਸਮੇਂ ਤੋਂ। ਉਹਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਸਾਹਿਬ ਵੀ ਇੱਥੇ ਆਏ ਸੀਗੇ, ਜਿੱਦਾਂ ਉਹਨਾਂ ਨੇ ਦੱਸਿਆ ਕਿ MP ਸਾਹਿਬ ਵੀ ਆ ਰਹੇ ਨੇ, ਪਰ ਉਹਨਾਂ ਦੀਆਂ ਹਰ ਸਾਲ ਇੱਕੋ ਮੰਗ ਰਹਿੰਦੀ ਆ ਕਿ ਸਾਡੇ ਇਸ ਜਿਹੜਾ ਦਰਿਆ ਦੇ ਉੱਪਰ ਆ, ਇਸ ਉੱਤੇ ਪੁਲ ਬਣਾਇਆ ਜਾਵੇ ਕਿ ਜਿਹੜੀ ਕਿਸਾਨਾਂ ਦੀ ਜਿਹੜੀ ਫਸਲ ਆ ਲਿਆਉਣ ਵਾਸਤੇ ਉਹ ਸੌਖਾ ਹੋ ਸਕੇ ਅਤੇ ਕਿਸਾਨਾਂ ਦੀ ਜਿਹੜੀ ਜਾਨ ਮਾਲ ਦਾ ਜਿਹੜਾ ਵਾ ਉਹ ਰੱਖਿਆ ਕਰ ਸਕੇ। ਤੁਸੀਂ ਇੱਦਾਂ ਹੀ ਜੁੜੇ ਰਹੋ ਪ੍ਰਾਈਮ ਮੁੱਦੇ ਦੇ ਨਾਲ, ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਹਾਂਗੇ। ਕੈਮਰਾਮੈਨ ਅਜੇ ਦੇ ਨਾਲ ਅਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ।